ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰੇਮ ਪ੍ਰਕਾਸ਼ ਦੁਆਰਾ ਸਿਰਜਿਤ ਗੋਈ ਕਹਾਣੀ ਦੀ ਸਾਹਿਤਕ ਆਲੋਚਨਾ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਆਲੋਚਨਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ। ਨਾਲ ਹੀ ਸਾਹਿਤਕ ਸੱਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ। ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਇਸ ਤਰ੍ਹਾਂ ਜੋ ਹੈ ਤੁਹਾਡਾ ਵੀ ਇਸ ਚੈਨਲ ਦੇ ਵਿੱਚ ਕਾਫੀ ਨਿਵੇਕਲਾ ਯੋਗਦਾਨ ਸਾਬਿਤ ਹੋ ਸਕੇਗਾ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਪ੍ਰੇਮ ਪ੍ਰਕਾਸ਼ ਪੰਜਾਬੀ ਕਹਾਣੀ ਦੇ ਇੱਕ ਨਿਵੇਕਲੇ ਕਹਾਣੀਕਾਰ ਹਨ, ਜਿਨ੍ਹਾਂ ਨੇ ਬਹੁਤ ਥੋੜ੍ਹਾ ਲਿਖਿਆ ਪਰ ਮਿਆਰੀ ਲਿਖਿਆ। ਭਾਵ ਉਹਨਾਂ ਨੇ ਗਿਣਾਤਮਕ ਪੱਖੋਂ ਭਾਵੇਂ ਥੋੜ੍ਹੀਆਂ ਕਹਾਣੀਆਂ ਲਿਖੀਆਂ, ਪਰ ਗੁਣਾਤਮਕ ਪੱਧਰ ਤੋਂ ਉਹਨਾਂ ਦੀਆਂ ਕਹਾਣੀਆਂ ਦਾ ਮਿਆਰ ਜੋ ਸੀ ਉਹ ਬਹੁਤ ਉੱਚਾ ਸੀ, ਜਿਸ ਸਦਕਾ ਉਸਨੂੰ ਪੰਜਾਬੀ ਦੇ ਪ੍ਰਤੀਨਿਧ ਕਹਾਣੀਕਾਰਾਂ ਦੇ ਵਿੱਚ ਮਕਬੂਲੀਅਤ ਹਾਸਿਲ ਹੋ ਸਕੀ। ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੇ ਵਿਸ਼ੇ ਜੋ ਹਨ, ਆਧੁਨਿਕ ਮਨੁੱਖ ਦੀਆਂ ਸੰਵੇਦਨਾਵਾਂ ਉੱਤੇ ਕੇਂਦਰਿਤ ਹਨ। ਭਾਵ ਆਧੁਨਿਕ ਮਨੁੱਖ ਦੀ ਜੋ ਸੰਵੇਦਨਾ ਭਰਪੂਰ ਜੀਵਨ ਹੈ, ਭਾਵ ਉਸਦੇ ਜੀਵਨ ਦੇ ਦੁੱਖਾਂ ਸੁੱਖਾਂ ਦੇ ਭਾਵਾਂ ਨੂੰ, ਜਾਂ ਉਸਦੇ ਜੀਵਨ ਦੇ ਨਾਲ ਜੁੜੇ ਵੱਖ-ਵੱਖ ਪ੍ਰਸੰਗਾਂ ਨੂੰ, ਜਾਂ ਉਸਦੇ ਮਾਨਸਿਕ ਦਵੰਦਾਂ ਨੂੰ ਜੋ ਹੈ ਬੜੇ ਕਲਾਤਮਕ ਪੱਧਰ 'ਤੇ ਬਿਆਨ ਕਰਨ ਦੇ ਵਿੱਚ ਪ੍ਰੇਮ ਪ੍ਰਕਾਸ਼ ਮਾਹਿਰ ਕਹਾਣੀਕਾਰ ਹਨ। ਜਿੱਥੋਂ ਤੱਕ ਗੋਈ ਕਹਾਣੀ ਦੇ ਵਿਸ਼ੇ ਦਾ ਸਵਾਲ ਹੈ, ਗੋਈ ਇੱਕ ਅਜਿਹੀ ਕਿਸਮ ਦੀ ਕਹਾਣੀ ਹੈ ਜਿਸ ਵਿੱਚ ਲੇਖਕ ਨੇ ਸਾਡੇ ਪੇਂਡੂ ਅਤੇ ਸ਼ਹਿਰੀ ਸੱਭਿਆਚਾਰਕ ਧਰਾਤਲ ਦੇ ਸੁਮੇਲ ਤੋਂ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਨੂੰ ਇਸ ਕਹਾਣੀ ਦਾ ਵਿਸ਼ਾ ਬਣਾਇਆ ਹੈ। ਕਿਉਂਕਿ ਇਸ ਕਹਾਣੀ ਦੇ ਵਿੱਚ ਇੱਕ ਪੇਂਡੂ ਬਖਤਾਵਰ ਸਿੰਘ, ਜਿਸ ਦਾ ਪਿਤਾ ਵੀ ਫੌਜ ਦੇ ਵਿੱਚ ਨੌਕਰੀ ਕਰਦਾ ਰਿਹਾ, ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ, ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਜੋ ਪੜ੍ਹ ਲਿਖ ਕੇ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਹੈ, ਉੱਚ ਅਹੁਦਾ ਪ੍ਰਾਪਤ ਕਰ ਲੈਂਦਾ ਹੈ, ਜਿਸ ਸਦਕਾ ਉਸ ਦੇ ਲਿਆਕਤ ਨੂੰ ਵੇਖਦਿਆਂ ਹੋਇਆਂ ਉਸ ਦਾ ਆਫਿਸਰ ਮੇਜਰ ਅਰੋੜਾ ਆਪਣੀ ਧੀ ਬਲਵਿੰਦਰ ਦਾ ਰਿਸ਼ਤਾ ਉਸ ਦੇ ਨਾਲ ਤੈਅ ਕਰਨ ਦੀ ਸੋਚਦਾ ਹੈ, ਅਤੇ ਇਹ ਰਿਸ਼ਤਾ ਜੋ ਹੈ ਤੈਅ ਹੋ ਕੇ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਉਸ ਵਿਆਹ ਸਮੇਂ ਦੌਰਾਨ, ਕਿਉਂਕਿ ਬਖਤਾਵਰ ਸਿੰਘ ਪੇਂਡੂ ਭਾਈਚਾਰੇ ਨਾਲ ਸੰਬੰਧਿਤ ਹੈ ਔਰ ਮੇਜਰ ਅਰੋੜਾ ਸ਼ਹਿਰੀ ਭਾਈਚਾਰੇ ਨਾਲ ਸੰਬੰਧਿਤ ਹੈ, ਸੋ ਮੇਜਰ ਅਰੋੜਾ ਜੋ ਹੈ ਵਿਆਹ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਵੱਖੋ ਵੱਖਰੀਆਂ ਰਸਮਾਂ ਦੌਰਾਨ ਵੀ, ਜਿੱਥੇ ਬਖਤਾਵਰ ਸਿੰਘ ਦੇ ਪਿਤਾ ਨੇ ਕੋਈ ਸ਼ਗਨ ਅਦਾ ਕਰਨਾ ਹੁੰਦਾ ਸੀ, ਉੱਥੇ ਆਪਣੇ ਬਟੂਏ ਨੂੰ ਖੋਲ੍ਹ ਕੇ ਖਲੋ ਜਾਂਦਾ ਹੈ। ਭਾਵ ਉਹ ਉਸ ਦੇ ਵਿੱਚ ਹੈਂਕੜ ਹੈ, ਭਾਵ ਉਹ ਦਿਖਾਵਾ ਪਸੰਦ ਹੈ। ਉਹ ਸ਼ੁਰੂ ਤੋਂ ਹੀ ਬਖਤਾਵਰ ਨੂੰ ਜਾਂ ਉਸਦੇ ਪਿਤਾ ਨੂੰ ਜੋ ਹੈ ਆਰਥਿਕ ਪੱਖੋਂ ਕਮਜ਼ੋਰ ਸਮਝ ਰਿਹਾ ਹੈ, ਪਰ ਮੁੰਡਾ ਲਿਆਕਤ ਵਾਲਾ ਹੈ, ਇਸ ਲਈ ਆਪਣੀ ਧੀ ਦਾ ਰਿਸ਼ਤਾ ਉਸ ਨੂੰ ਦੇਣਾ ਜੋ ਹੈ ਪ੍ਰਵਾਨ ਕਰ ਲੈਂਦਾ ਹੈ। ਵਿਆਹ ਤੋਂ ਬਾਅਦ ਜੋ ਹੈ ਬਲਵਿੰਦਰ, ਕਿਉਂਕਿ ਸ਼ਹਿਰੀ ਜੀਵਨ ਜਾਤ ਦੇ ਵਿੱਚ ਪਲੀ ਵਧੀ ਲੜਕੀ ਹੈ, ਦੂਜੇ ਪਾਸੇ ਬਖਤਾਵਰ ਸਿੰਘ ਦਾ ਪੇਂਡੂ ਸੱਭਿਆਚਾਰ ਹੈ, ਉਹਨਾਂ ਦਾ ਪੇਂਡੂ ਰਹਿਣ ਸਹਿਣ ਹੈ। ਬਲਵਿੰਦਰ ਜਿਹੜੀ ਹੈ ਪਿੰਡ ਵਿੱਚ ਨਾ ਰਹਿ ਕੇ ਆਪਣੇ ਪਿਤਾ ਦੇ ਸ਼ਹਿਰ ਦੇ ਵਿੱਚ ਹੀ ਕਿਰਾਏ 'ਤੇ ਮਕਾਨ ਲੈ ਕੇ ਰਹਿ ਰਹੇ ਹਨ ਬਖਤਾਵਰ ਸਿੰਘ ਅਤੇ ਬਲਵਿੰਦਰ। ਇਸ ਤੋਂ ਬਾਅਦ ਉਸਦੀ ਸੱਸ ਭਾਵ ਬਖਤਾਵਰ ਸਿੰਘ ਦੀ ਮਾਤਾ ਜੋ ਹੈ ਚੜ੍ਹਾਈ ਕਰ ਜਾਂਦੀ ਹੈ ਅਤੇ ਉਸਦਾ ਪਿਤਾ ਇਕੱਲਾ ਰਹਿ ਜਾਂਦਾ ਹੈ। ਇਸ ਸਥਿਤੀ ਦੇ ਵਿੱਚ ਬਖਤਾਵਰ ਸਿੰਘ ਆਪਣੇ ਪਿਤਾ ਨੂੰ ਆਪਣੇ ਕੋਲ ਸ਼ਹਿਰ ਦੇ ਵਿੱਚ ਲੈ ਆਉਂਦਾ ਹੈ, ਅਤੇ ਜਦੋਂ ਪਿਤਾ ਦੇ ਸ਼ਹਿਰ ਦੇ ਵਿੱਚ ਆਗਮਨ ਦੇ ਨਾਲ ਸਾਰਾ ਪਰਿਵਾਰ ਇਕੱਠਾ ਰਹਿਣ ਲੱਗਦਾ ਹੈ, ਅਤੇ ਉੱਥੋਂ ਹੀ ਇਸ ਕਹਾਣੀ ਦੇ ਵਿੱਚ ਦਵੰਦ ਜਾਂ ਕਲੇਸ਼ ਜਾਂ ਮਾਨਸਿਕ ਸੰਕਟ ਦੀ ਸ਼ੁਰੂਆਤ ਹੁੰਦੀ ਹੈ। ਕਿਉਂਕਿ ਬਲਵਿੰਦਰ ਨੂੰ ਬਾਪੂ ਦੀਆਂ ਪੇਂਡੂ ਆਦਤਾਂ ਪਸੰਦ ਨਹੀਂ ਹਨ। ਉਸ ਦਾ ਘਰ ਦੇ ਵਿੱਚ ਜੋ ਹੈ ਮਿੱਟੀ ਦੇ ਪੈਰ, ਲਿਬੜੇ ਪੈਰ ਫਰਸ਼ ਦੇ ਉੱਤੇ ਲਾਉਣਾ, ਡਿਫੈਂਸ ਕਲੋਨੀ ਦੇ ਵਿੱਚ ਮੱਝ ਪਾਲਣਾ, ਉਹਨੂੰ ਲੱਗਦਾ ਹੈ ਕਿ ਇਹ ਮੱਛਰ ਪੈਦਾ ਕਰ ਰਿਹਾ ਹੈ। ਛੰਨ ਬਣਾ ਕੇ ਉਸ ਦੇ ਵਿੱਚ ਰਹਿਣਾ, ਅਲਾਣੀ ਮੰਜੀ 'ਤੇ ਬੈਠਣਾ, ਕੱਪੜੇ ਲਾਹ ਕੇ ਬੈਠਣਾ, ਭਾਵ ਉਸਨੂੰ ਇਹ ਸਾਰੀਆਂ ਆਦਤਾਂ ਪੇਂਡੂ ਲੱਗਦੀਆਂ ਹਨ। ਦੂਜੇ ਪਾਸੇ ਬਾਪੂ ਜੋ ਹੈ ਉਹ ਆਪਣੇ ਪੁੱਤਰ ਦੇ ਪਰਿਵਾਰ ਦੇ ਲਈ ਆਪਣਾ ਜੋ ਹੈ ਪੂਰੀ ਤਰ੍ਹਾਂ ਉਹਨਾਂ ਦੇ ਮੁਤਾਬਕ ਢਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸਦੀਆਂ ਕੁਝ ਨਿਵੇਕਲੀਆਂ ਆਦਤਾਂ ਜਿਹੜੀਆਂ ਹਨ ਉਹ ਉਸਦੇ ਸੁਭਾਅ ਦਾ ਅੰਗ ਹਨ, ਜਿਨ੍ਹਾਂ ਨੂੰ ਉਹ ਮੂਲੋਂ ਤਿਆਗ ਨਹੀਂ ਸਕਦਾ। ਬਲਵਿੰਦਰ ਜੋ ਹੈ ਆਪਣੇ ਪੁੱਤਰ ਜੰਗ ਬਹਾਦਰ ਸਿੰਘ ਜੰਗੀ ਦੇ ਬਾਪੂ ਦੇ ਕੋਲ ਜਾਣ ਨੂੰ ਵੀ ਬੁਰਾ ਮਨਾਉਂਦੀ ਹੈ। ਉਹ ਨਹੀਂ ਚਾਹੁੰਦੀ ਕਿ ਜੰਗ ਬਹਾਦਰ ਸਿੰਘ ਜੰਗੀ
ਨੂੰ ਉਸਦਾ ਦਾਦਾ ਬਾਪੂ ਜੋ ਹੈ ਪਿਆਰ ਕਰੇ, ਚੁੰਮੇ ਚੱਟੇ ਜਾਂ ਮਿੱਟੀ ਵਿੱਚ ਖੇਡੇ ਜਾਂ ਮਿੱਟੀ ਵਿੱਚ ਬਿਠਾਏ, ਕਿਉਂਕਿ ਇਸ ਤਰ੍ਹਾਂ ਉਸਨੂੰ ਲੱਗਦਾ ਹੈ ਕਿ ਬਜ਼ੁਰਗਾਂ ਦੀਆਂ ਬਿਮਾਰੀਆਂ ਬੱਚਿਆਂ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ, ਮਿੱਟੀ ਦੇ ਕੀਟਾਣੂ ਬੱਚਿਆਂ ਦੇ ਸਰੀਰ ਨੂੰ ਲੱਗ ਜਾਂਦੇ ਹਨ। ਭਾਵ ਉਹ ਸਫਾਈ ਪਸੰਦ ਸ਼ਹਿਰੀ ਰਹਿਣੀ ਬਹਿਣੀ ਨੂੰ ਮਾਨਣ ਵਾਲੀ ਔਰਤ ਹੈ। ਇਸ ਸਦਕਾ ਦੋਹਾਂ ਦੇ ਆਪਸੀ ਜੋ ਮਾਨਸਿਕ ਜੋ ਆਦਤਾਂ ਹਨ ਜਾਂ ਉਹਨਾਂ ਦੀਆਂ ਜੋ ਮਾਨਸਿਕ ਸਥਿਤੀ ਜੋ ਹੈ ਉਸ ਦੇ ਵਿੱਚ ਅੰਤਰ ਹੋਣ ਸਦਕਾ ਘਰ ਦੇ ਵਿੱਚ ਕਲੇਸ਼ ਹੁੰਦਾ ਹੈ। ਬਾਪੂ ਬਿਮਾਰ ਹੋ ਜਾਂਦਾ ਹੈ ਤਾਂ ਉਹ ਬਲਵਿੰਦਰ ਨੂੰ ਗੋਈ ਬਣਾਉਣ ਦੀ ਫਰਮਾਇਸ਼ ਕਰਦਾ ਹੈ। ਗੋਈ ਜਿਸ ਬਾਰੇ ਬਲਵਿੰਦਰ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ, ਉਹ ਉਸ ਨੂੰ ਪੁੱਛਦੀ ਹੈ ਕਿ ਗੋਈ ਕੀ ਹੈ। ਜਦੋਂ ਬਖਤਾਵਰ ਸਿੰਘ ਉਸ ਨੂੰ ਦੱਸਦਾ ਹੈ ਕਿ ਗੋਈ ਇੱਕ ਕਿਸਮ ਦਾ ਪਤਲਾ ਜਿਹਾ ਕੜਾਹ ਹੈ, ਤਾਂ ਬਲਵਿੰਦਰ ਹੱਸਦਿਆਂ ਹੋਇਆਂ ਕਹਿ ਦਿੰਦੀ ਹੈ ਕਿ ਮੈਨੂੰ ਕੀ ਪਤਾ ਕਿ ਤੁਹਾਡੇ ਜੱਟਾਂ ਬੂਟਾਂ ਦੇ ਇਹੋ ਜਿਹੇ ਘਟੀਆ ਖਾਣੇ ਹੁੰਦੇ ਹਨ, ਜਿਸ ਨੂੰ ਸੁਣ ਕੇ ਬਖਤਾਵਰ ਸਿੰਘ ਨੂੰ ਬਹੁਤ ਗੁੱਸਾ ਆਉਂਦਾ ਹੈ। ਅਤੇ ਇਸੇ ਗੱਲ ਤੋਂ ਘਰ ਦੇ ਵਿੱਚ ਵਿਵਾਦ ਰਹਿਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਬਖਤਾਵਰ ਸਿੰਘ ਨੂੰ ਲੱਗਦਾ ਹੈ ਕਿ ਬਲਵਿੰਦਰ ਜਾਣਬੁੱਝ ਕੇ ਬਾਪੂ ਦੇ ਨਾਲ ਅਜਿਹਾ ਕਰ ਰਹੀ ਹੈ, ਜਦ ਕਿ ਬਲਵਿੰਦਰ ਦੇ ਮਨ ਦੇ ਵਿੱਚ ਬਾਪੂ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਇਹ ਉਸਦਾ ਸੁਭਾਅ ਹੈ, ਕਿਉਂਕਿ ਉਸਨੂੰ ਪੇਂਡੂ ਰਹਿਣੀ ਬਹਿਣੀ ਬਾਰੇ ਕੋਈ ਪਤਾ ਹੀ ਨਹੀਂ ਹੈ। ਇਸ ਤਰ੍ਹਾਂ ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਪੇਂਡੂ ਅਤੇ ਸ਼ਹਿਰੀ ਸੱਭਿਆਚਾਰ ਦੇ ਸੁਮੇਲ ਦੇ ਨਾਲ, ਔਰ ਖ਼ਾਸ ਕਰਕੇ ਜਦੋਂ ਅੰਤਰਜਾਤੀ ਵਿਆਹ ਹੋਣ, ਕਿਉਂਕਿ ਬਖਤਾਵਰ ਜੱਟ ਜੋ ਹੈ ਜ਼ਮੀਂਦਾਰਾ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਬਲਵਿੰਦਰ ਕੌਰ ਸ਼ਹਿਰੀ ਅਰੋੜਾ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਹਨਾਂ ਦਾ ਰਹਿਣ ਸਹਿਣ ਹੀ ਵੱਖਰੇ ਕਿਸਮ ਦਾ ਹੈ, ਜਿਸ ਸਦਕਾ ਉਹਨਾਂ ਦੇ ਵਿੱਚ ਆਪਸੀ ਟਕਰਾਅ ਜੋ ਹੈ ਉਹ ਸੁਭਾਵਕ ਹੈ, ਕੁਦਰਤੀ ਹੈ। ਪਰ ਕਹਾਣੀਕਾਰ ਨੇ ਇਸ ਟਕਰਾਓ ਨੂੰ ਬਹੁਤ ਗਹਿਰਾ ਨਹੀਂ ਦਰਸਾਇਆ, ਸਗੋਂ ਇਹ ਇੱਕ ਸ਼ੀਤ ਯੁੱਧ ਵਾਲੀ ਸਥਿਤੀ ਹੈ। ਪਰਿਵਾਰ ਦੇ ਜੀਅ ਜਿਹੜੇ ਨੇ ਇੱਕ ਦੂਜੇ ਦੀਆਂ ਆਦਤਾਂ ਨੂੰ ਪਸੰਦ ਵੀ ਨਹੀਂ ਕਰਦੇ, ਅਤੇ ਕੋਈ ਬਹੁਤਾ ਪਰਿਵਾਰ ਦੇ ਵਿੱਚ ਜੋ ਹੈ ਕੋਈ ਧਮਾਕਾ ਵੀ ਨਹੀਂ ਹੈ, ਕੋਈ ਲੜਾਈ ਝਗੜਾ ਵੀ ਨਹੀਂ ਹੈ। ਪਰ ਬਖਤਾਵਰ ਸਿੰਘ ਦੀ ਸਥਿਤੀ ਜਿਹੜੀ ਹੈ ਉਹ ਬਾਪੂ ਅਤੇ ਬਲਵਿੰਦਰ ਦੇ ਵਿੱਚ ਚੱਕੀ ਦੇ ਪੁੜਾਂ ਵਾਂਗੂ ਪਿਸ ਰਿਹਾ ਹੈ, ਕਿਉਂਕਿ ਉਸਨੂੰ ਨਾ ਤਾਂ ਬਾਪੂ ਦੀ ਜੋ ਹੈ ਬੇਇੱਜ਼ਤੀ ਪਸੰਦ ਹੈ, ਨਾ ਬਲਵਿੰਦਰ ਦੀ। ਨਾ ਉਹ ਬਾਪੂ ਨੂੰ ਛੱਡ ਸਕਦਾ ਹੈ, ਨਾ ਬਲਵਿੰਦਰ ਨੂੰ ਛੱਡ ਸਕਦਾ ਹੈ, ਕਿਉਂਕਿ ਬਲਵਿੰਦਰ ਨੂੰ ਜੇਕਰ ਉਹ ਕੁਝ ਕਹਿੰਦਾ ਹੈ ਤਾਂ ਉਸਦਾ ਜੋ ਹੈ ਘਰ ਟੁੱਟਦਾ ਹੈ, ਅਤੇ ਬਾਪੂ ਨੂੰ ਕਹਿਣ ਦੀ ਸਥਿਤੀ ਵਿੱਚ ਨਹੀਂ ਹੈ, ਕਿਉਂਕਿ ਉਹ ਬਾਪੂ ਦਾ ਇਕਲੌਤਾ ਪੁੱਤਰ ਹੈ। ਬਾਪੂ ਉਸ ਦੀ ਜ਼ਿੰਮੇਦਾਰੀ ਹੈ, ਉਸ ਦੀ ਸਾਂਭ ਸੰਭਾਲ ਦਾ ਫਰਜ਼ ਬਣਦਾ ਹੈ ਬਖਤਾਵਰ ਸਿੰਘ ਦਾ। ਸੋ ਇਸ ਤਰ੍ਹਾਂ ਜੋ ਬਖਤਾਵਰ ਸਿੰਘ ਹੈ ਉਸ ਦੀ ਸਥਿਤੀ ਸੱਪ ਦੇ ਮੂੰਹ ਕੋੜ ਕਿਰਲੀ, ਨਾ ਸੁੱਟਣ ਜੋਗਾ ਨਾ ਖਾਣ ਜੋਗਾ ਵਾਲੀ ਹੈ। ਜਿੱਥੋਂ ਤੱਕ ਇਸ ਕਹਾਣੀ ਦੇ ਪਲਾਟ ਜਾਂ ਗੋਂਦ ਦਾ ਸੰਬੰਧ ਹੈ, ਇਸ ਕਹਾਣੀ ਦਾ ਪਲਾਟ ਜੋ ਹੈ ਉਹ ਉੱਤਮ ਪੁਰਖ ਅੰਦਾਜ਼ ਦੇ ਵਿੱਚ ਲਿਖਿਆ ਹੋਇਆ ਹੈ। ਭਾਵ ਲੇਖਕ ਪ੍ਰੇਮ ਪ੍ਰਕਾਸ਼ ਸਿੰਘ ਨੇ ਇਸ ਕਹਾਣੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਜਿਸ ਤਰ੍ਹਾਂ ਉਹ ਕੈਪਟਨ ਬਖਤਾਵਰ ਸਿੰਘ ਭੁੱਲਰ ਜਿਹੜਾ ਹੈ ਉਹ ਆਪ ਹੋਵੇ। ਕਹਾਣੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜੀ ਹੈ ਇਕਸਾਰਤਾ ਬਣੀ ਰਹਿੰਦੀ ਹੈ, ਸਮੇਂ ਸਥਾਨ ਦੀ ਏਕਤਾ ਹੈ, ਪ੍ਰਭਾਵਸ਼ਾਲੀ ਕਹਾਣੀ ਹੈ। ਪਰ ਅੰਤ ਜਿਹੜਾ ਹੈ ਇਸ ਦਾ ਨਿਰੰਤਰ ਇਸ ਕਹਾਣੀ ਦੇ ਵਿੱਚ ਇੱਕ ਬਾਪੂ ਦੇ ਪ੍ਰਤੀ ਪਾਠਕਾਂ ਦੀ ਸਹਾਨੁਭੂਤੀ ਬਣੀ ਰਹਿੰਦੀ ਹੈ, ਕਿਉਂਕਿ ਬਹੁਤ ਸਾਰੇ ਸਾਡੇ ਪਰਿਵਾਰਾਂ ਦੀ ਅਜਿਹੀ ਸਥਿਤੀ ਹੈ ਜਿੱਥੇ ਬਜ਼ੁਰਗਾਂ ਅਤੇ ਨਵੇਂ ਜੋ ਆਧੁਨਿਕ ਜੋ ਮਾਹੌਲ ਨੂੰ ਪ੍ਰਣਾਏ ਹੋਏ ਬੱਚੇ ਹਨ, ਉਹਨਾਂ ਦਾ ਆਪਸ ਦੇ ਵਿੱਚ ਇਸ ਤਰ੍ਹਾਂ ਦਾ ਟਕਰਾਓ ਜਿਹੜਾ ਹੈ ਉਹ ਕੁਦਰਤੀ ਹੈ। ਸੋ ਪਲਾਟ ਜਾਂ ਗੋਂਦ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਕਹਿ ਸਕਦੇ ਹਾਂ, ਜਿਸ ਦੇ ਵਿੱਚ ਲੇਖਕ ਨੇ ਬੜੇ ਹੀ ਜੋ ਹੈ ਨਿਵੇਕਲੇ ਅੰਦਾਜ਼ ਦੇ ਵਿੱਚ ਕਹਾਣੀ ਦੀਆਂ ਸਾਰੀਆਂ ਲੜੀਆਂ ਨੂੰ ਬੜੇ ਗੁੰਦਵੇਂ ਢੰਗ ਦੇ ਨਾਲ, ਬੜੇ ਬਿਆਨੀਆਂ ਅੰਦਾਜ਼ ਦੇ ਵਿੱਚ ਬੜੀ ਨਾਟਕੀ ਰੰਗਣ ਦੀ ਪੇਸ਼ਕਾਰੀ ਕਰਦਿਆਂ ਹੋਇਆਂ ਬਿਆਨ ਕੀਤਾ ਹੈ। ਜਿੱਥੋਂ ਤੱਕ ਕਹਾਣੀ ਦੇ ਉਦੇਸ਼ ਦਾ ਸੰਬੰਧ ਹੈ, ਉਦੇਸ਼ ਪੱਖੋਂ ਵੀ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ, ਕਿਉਂਕਿ ਇਸ ਕਹਾਣੀ ਦੇ ਵਿੱਚ ਲੇਖਕ ਜਿਵੇਂ ਪਹਿਲਾਂ ਹੀ ਦੱਸਿਆ ਹੈ ਕਿ ਪੇਂਡੂ ਅਤੇ ਸ਼ਹਿਰੀ ਜੀਵਨ ਜਾਤ ਦੇ ਜੋ ਵੱਖਰੇ ਵੱਖਰੇ ਧਰਾਤਲ ਹਨ, ਉਹਨਾਂ ਦੇ ਆਪਸੀ ਟਕਰਾਓ ਨੂੰ ਪੇਸ਼ ਕਰਨ ਦੇ ਵਿੱਚ ਸਫਲ ਹੋਇਆ ਹੈ। ਕਿਉਂਕਿ ਘਰੋਗੀ ਵਾਤਾਵਰਨ ਜੋ ਹੈ ਉਹ ਦੋਹਾਂ ਧਰਾਤਲਾਂ ਦੇ ਜਾਂ ਦੋਹਾਂ ਜੋ ਸੱਭਿਆਚਾਰਾਂ ਦੇ ਟਕਰਾਓ ਦੇ ਨਾਲ ਕੋਈ ਜ਼ਿਆਦਾ ਸੁਖਾਲਾ ਨਹੀਂ ਹੈ, ਇੱਕ ਮਾਨਸਿਕ ਅਸ਼ਾਂਤੀ ਵਾਲਾ ਵਾਤਾਵਰਨ ਹੈ। ਲੇਖਕ ਇਹ ਵੀ ਦਰਸਾਉਣਾ ਚਾਹੁੰਦਾ ਹੈ ਕਿ ਬਜ਼ੁਰਗਾਂ ਦਾ ਘਰ ਪਰਿਵਾਰ ਦੇ ਵਿੱਚ ਸਤਿਕਾਰ ਲਾਜ਼ਮੀ ਹੈ,
ਔਰ ਖਾਸ ਕਰਕੇ ਜਦੋਂ ਅੰਤਰਜਾਤੀ ਵਿਆਹ ਹੁੰਦੇ ਹਨ ਅਤੇ ਅੰਤਰਜਾਤੀ ਵਿਆਹਾਂ ਸਦਕਾ ਵੀ ਕਈ ਵਾਰੀ ਤਣਾਓ ਹੋਰ ਵੱਧ ਜਾਂਦਾ ਹੈ, ਔਰ ਇਹ ਤਣਾਓ ਜਿਹੜਾ ਹੈ ਪਰਿਵਾਰਾਂ ਦੇ ਜੀਆਂ ਨੂੰ ਨਾ ਤਾਂ ਪੂਰੀ ਤਰ੍ਹਾਂ ਤੋੜਦਾ ਹੈ, ਸਗੋਂ ਉਹਨਾਂ ਦੇ ਵਿੱਚ ਇੱਕ ਪਾੜਾ, ਇੱਕ ਖੜੋਤ, ਇੱਕ ਖਾਈ ਪੈਦਾ ਕਰ ਦਿੰਦਾ ਹੈ। ਔਰ ਇਸ ਖਾਈ ਦਾ ਕਾਰਨ ਜੋ ਹੈ ਆਰਥਿਕਤਾ ਵੀ ਹੈ ਅਤੇ ਵੱਖੋ ਵੱਖਰੀ ਜੀਵਨ ਜਾਚ ਵੀ ਹੈ। ਸੋ ਇਸ ਕਹਾਣੀ ਦੇ ਵਿੱਚ ਲੇਖਕ ਦਾ ਮੁੱਖ ਮਨੋਰਥ ਪਾਠਕਾਂ ਨੂੰ ਜੋ ਹੈ ਸਾਡੀਆਂ ਪੁਰਾਣੀਆਂ ਕਦਰਾਂ ਕੀਮਤਾਂ ਹਨ, ਉਹਨਾਂ ਦੇ ਪ੍ਰਤੀ ਸਤਿਕਾਰ ਦੇ ਭਾਵ ਪੈਦਾ ਕਰਦਿਆਂ ਹੋਇਆਂ, ਉਹਨਾਂ ਨੂੰ ਨਾਲ ਲੈ ਕੇ ਚੱਲਦਿਆਂ ਹੋਇਆਂ ਆਧੁਨਿਕ ਜੀਵਨ ਜਾਚ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਅਪਣਾਉਣ ਦਾ ਸੰਦੇਸ਼ ਦਿੰਦੀਆਂ ਹਨ। ਲੇਖਕ ਜੋ ਹੈ ਪਾਠਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਘਰ ਦਾ ਜੋ ਵਾਤਾਵਰਣ ਹੈ ਉਸ ਨੂੰ ਸਾਵਾਂ ਬਣਾਈ ਰੱਖਣ ਦੇ ਲਈ ਦੋਹਾਂ ਜੀਵਨ ਜਾਚਾਂ ਦੇ ਵਿੱਚ ਆਪਸੀ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਪਾਤਰ ਉਸਾਰੀ ਦਾ ਸੰਬੰਧ ਹੈ, ਇਸ ਕਹਾਣੀ ਦੇ ਵਿੱਚ ਮੁੱਖ 3 ਪਾਤਰ ਹਨ, ਬਾਪੂ, ਬਖਤਾਵਰ ਸਿੰਘ ਅਤੇ ਬਲਵਿੰਦਰ। ਔਰ ਤਿੰਨੇ ਹੀ ਪਾਤਰ ਜਿਹੜੇ ਹਨ ਉਹ ਮਾਨਸਿਕ ਸੰਕਟ ਦਾ ਸ਼ਿਕਾਰ ਹਨ, ਔਰ ਮਾਨਸਿਕ ਸੰਕਟ ਦਾ ਸ਼ਿਕਾਰ ਹੋਣ ਦਾ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਉਹਨਾਂ ਦਾ ਵੱਖੋ ਵੱਖਰਾ ਸੱਭਿਆਚਾਰਕ ਧਰਾਤਲ ਹੈ। ਕਿਉਂਕਿ ਬਾਪੂ ਅਤੇ ਬਖਤਾਵਰ ਜਿਹੜਾ ਹੈ ਉਹ ਪਿੰਡ ਦਾ ਜੰਮਪਲ ਹੈ, ਬਲਵਿੰਦਰ ਸ਼ਹਿਰੀ ਜੰਮਪਲ ਹੈ, ਅਤੇ ਬਖਤਾਵਰ ਸਿੰਘ ਦੀ ਸਥਿਤੀ ਜਿਹੜੀ ਹੈ ਉਹ ਸਗੋਂ ਜ਼ਿਆਦਾ ਨਾਜ਼ੁਕ ਹੈ, ਕਿਉਂਕਿ ਉਹ ਨਾ ਬਾਪੂ ਨੂੰ ਛੱਡ ਸਕਦਾ ਹੈ ਨਾ ਬਲਵਿੰਦਰ ਨੂੰ ਛੱਡ ਸਕਦਾ ਹੈ, ਔਰ ਦੋਹਾਂ ਨੂੰ ਇਕੱਠੇ ਕਰ ਸਕਣਾ ਵੀ ਉਸਦੀ ਸਮਰੱਥਾ ਤੋਂ ਬਾਹਰ ਹੈ। ਕਿਉਂਕਿ ਬਲਵਿੰਦਰ ਦਾ ਜਿਹੜਾ ਪਾਤਰ ਹੈ ਉਹ ਆਪ ਹੁਦਰਾ ਪਾਤਰ ਹੈ, ਮਾਨਸਿਕ ਕਸ਼ਟ ਦਾ ਉਹ ਵੀ ਸ਼ਿਕਾਰ ਹੈ, ਪਰ ਉਹ ਹਾਲਾਂਕਿ ਦਿਲ ਦੇ ਸਾਫ਼ ਹਨ ਸਾਰੇ ਪਾਤਰ ਇੱਕ ਦੂਜੇ ਦੇ ਪ੍ਰਤੀ, ਕਿਸੇ ਦੇ ਪ੍ਰਤੀ ਕੋਈ ਦਿਲ ਦੇ ਵਿੱਚ ਨਫ਼ਰਤ ਨਹੀਂ ਹੈ। ਬਲਵਿੰਦਰ ਦਾ ਸੁਭਾਅ ਜਿਹੜਾ ਹੈ ਉਹ ਸੁਭਾਵਕ ਹੈ, ਕੁਦਰਤੀ ਹੈ। ਜੇਕਰ ਉਸਨੂੰ ਬਾਪੂ ਦੀ ਗੋਈ ਬਣਾਉਣ ਵਾਲੀ ਆਦਤ ਜਿਹੜੀ ਹੈ, ਜਾਂ ਬਾਪੂ ਦੀ ਉਹ ਗੋਈ ਵਾਲੀ ਘਟਨਾ ਜਿਹੜੀ ਹੈ ਜਿਸ ਸਦਕਾ ਘਰ ਦੇ ਵਿੱਚ ਕਲੇਸ਼ ਸ਼ੁਰੂ ਹੁੰਦਾ ਹੈ, ਉਹ ਆਪਣੀਆਂ ਸਹੇਲੀਆਂ ਨੂੰ ਗੋਈ ਡਿਸ਼ ਕਹਿ ਕੇ ਸੁਣਾਉਂਦੀ ਹੈ, ਜਿਸ ਸਦਕਾ ਬਖਤਾਵਰ ਸਿੰਘ ਨੂੰ ਲੱਗਦਾ ਹੈ ਕਿ ਬਲਵਿੰਦਰ ਬਾਪੂ ਦਾ ਮਜ਼ਾਕ ਉਡਾ ਰਹੀ ਹੈ। ਉਹ ਗੋਈ ਨੂੰ ਇੱਕ ਚੁਟਕਲਾ ਬਣਾ ਕੇ ਬਾਪੂ ਦਾ ਜਿਹੜਾ ਕਿਰਦਾਰ ਹੈ ਉਸ ਦੇ ਉੱਤੇ ਵਿਅੰਗ ਕੱਸ ਰਹੀ ਹੈ, ਜਦਕਿ ਬਲਵਿੰਦਰ ਦਾ ਇਹ ਸੁਭਾਅ ਹੈ ਉਹ ਸੁਭਾਵਿਕ ਤੌਰ 'ਤੇ ਕਰ ਰਹੀ ਹੈ, ਉਸਦੇ ਮਨ ਦੇ ਵਿੱਚ ਬਾਪੂ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਦੂਜੇ ਪਾਸੇ ਬਲਵਿੰਦਰ ਨੂੰ ਜਦੋਂ ਜੰਗੀ ਦੇ ਜਨਮ ਦਿਨ 'ਤੇ ਉਸਦੀਆਂ ਸਹੇਲੀਆਂ ਆਉਂਦੀਆਂ ਹਨ ਤਾਂ ਆਪਣੀਆਂ ਸਹੇਲੀਆਂ ਨੂੰ ਇਹ ਵੀ ਦੱਸਦੀ ਹੈ ਕਿ ਜਦੋਂ ਬਾਪੂ ਬਿਮਾਰ ਹੋ ਗਿਆ ਸੀ ਤਾਂ ਸ਼ਹਿਰ ਦੇ ਵੱਡੇ ਹਸਪਤਾਲ ਦੇ ਵਿੱਚ ਜਦੋਂ ਉਸ ਨੂੰ ਲਿਜਾਇਆ ਗਿਆ ਅਤੇ ਬਾਪੂ ਇੱਕ ਰਾਤ ਕੋਲ ਬੁਲਾ ਕੇ ਬਖਤਾਵਰ ਸਿੰਘ ਨੂੰ ਕਹਿੰਦਾ ਹੈ ਕਿ ਮੈਨੂੰ ਪਿੰਡ ਵਾਲੀਆਂ ਮੜੀਆਂ ਦੇ ਵਿੱਚ ਲਿਜਾਇਓ। ਸੋ ਇਹ ਵੀ ਗੱਲ ਜਿਹੜੀ ਆ ਉਹ ਚੁਟਕਲਾ ਬਣਾ ਕੇ ਪੇਸ਼ ਕਰਦੀ ਹੈ ਕਿ ਮਰਨ ਤੋਂ ਬਾਅਦ ਬੰਦੇ ਨੂੰ ਕੀ ਪਤਾ ਕਿ ਉਹਨੂੰ ਕਿਹੜੀਆਂ ਮੜੀਆਂ ਵਿੱਚ ਲਿਜਾਇਆ ਜਾਣਾ ਹੈ, ਪਰ ਇੱਥੇ ਲੇਖਕ ਨੇ ਇੱਕ ਪੇਂਡੂ ਮਨੁੱਖ ਦੀ ਮਾਨਸਿਕਤਾ ਨੂੰ ਦਰਸਾਇਆ ਹੈ ਕਿ ਉਹ ਕਿਸ ਤਰ੍ਹਾਂ ਪਿੰਡ ਦੇ ਨਾਲ ਭਾਵੁਕ ਪੱਧਰ 'ਤੇ ਜੁੜਿਆ ਹੁੰਦਾ ਹੈ। ਪਿੰਡ ਜਿਹੜਾ ਹੈ ਉਸ ਦੇ ਦਿਲੋਂ ਦਿਮਾਗ ਦੇ ਵਿੱਚ ਵਸਿਆ ਹੁੰਦਾ ਹੈ। ਪਿੰਡ ਦੇ ਨਾਲੋਂ ਉਹ ਕਿਸੇ ਤਰ੍ਹਾਂ ਵੀ ਆਪਣਾ ਨਾਤਾ ਤੋੜਨਾ ਨਹੀਂ ਚਾਹੁੰਦਾ। ਪਿੰਡ ਦੇ ਪ੍ਰਤੀ ਉਸਦੇ ਮਨ ਦੇ ਵਿੱਚ ਹੇਰਵਾ ਹੈ, ਇੱਕ ਪਾੜਾ ਹੈ। ਅੰਤ ਜੋ ਹੈ ਆਪਣੇ ਮਰਨ ਤੋਂ ਬਾਅਦ ਵੀ ਉਹ ਪਿੰਡ ਦੀਆਂ ਮੜੀਆਂ ਦੀ ਮਿੱਟੀ ਦੇ ਵਿੱਚ ਹੀ ਸਮਾਉਣਾ ਚਾਹੁੰਦਾ ਹੈ। ਦੂਜੇ ਪਾਸੇ ਇਸ ਦਾ ਕਾਰਨ ਇਹ ਵੀ ਹੈ ਕਿ ਬਖਤਾਵਰ ਸਿੰਘ ਦੀ ਬੇਬੇ ਦਾ ਸੰਸਕਾਰ ਵੀ ਪਿੰਡ ਦੀਆਂ ਮੜੀਆਂ ਵਿੱਚ ਹੋਇਆ ਸੀ, ਪਰ ਬਲਵਿੰਦਰ ਸਿੰਘ ਜਿਹੜੀ ਹੈ ਬਾਪੂ ਦੀ ਇਸ ਮਾਨਸਿਕਤਾ ਨੂੰ ਨਹੀਂ ਸਮਝਦੀ, ਔਰ ਇਸ ਨਾ ਸਮਝੀ ਦਾ ਕਾਰਨ ਉਸ ਦਾ ਕੋਈ ਜਾਣਬੁੱਝ ਕੇ ਨਹੀਂ ਹੈ, ਕਿਉਂਕਿ ਉਸਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੈ। ਉਸ ਦੇ ਮਨ ਦੇ ਵਿੱਚ ਪੇਂਡੂ ਲੋਕਾਂ ਦੇ ਰਹਿਣ ਸਹਿਣ ਬਾਰੇ ਜਾਂ ਪੇਂਡੂ ਲੋਕਾਂ ਦੀਆਂ ਆਦਤਾਂ ਬਾਰੇ, ਉਹਨਾਂ ਦੇ ਸੱਭਿਆਚਾਰ ਬਾਰੇ, ਉਹਨਾਂ ਦੀ ਆਪਣੇ ਪੇਂਡੂ ਭਾਈਚਾਰੇ ਦੀਆਂ ਜੜ੍ਹਾਂ ਦੇ ਨਾਲ ਕਿੰਨੀ ਗਹਿਰੀ ਸਾਂਝ ਹੁੰਦੀ ਹੈ, ਇਹਨਾਂ ਗੱਲਾਂ ਦਾ ਉਸਨੂੰ ਅਹਿਸਾਸ ਹੀ ਨਹੀਂ ਹੈ। ਸੋ ਉਹ ਬੜੇ ਨਿਵੇਕਲੇ ਅੰਦਾਜ਼ ਦੇ ਵਿੱਚ ਜਦੋਂ ਆਪਣੇ ਬਾਪੂ ਦੀਆਂ ਅਜਿਹੀਆਂ ਗੱਲਾਂ ਆਪਣੀਆਂ ਸਹੇਲੀਆਂ ਨੂੰ ਸੁਣਾਉਂਦੀ ਹੈ ਅਤੇ ਬਖਤਾਵਰ ਸਿੰਘ ਨੂੰ ਇਹ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਲੱਗਦਾ ਕਿ ਇਸ ਦੇ ਨਾਲ ਬਾਪੂ ਦੀ ਤੋਹੀਨ ਹੋ ਰਹੀ ਹੈ। ਪਰ ਇਸ ਤਰ੍ਹਾਂ ਲੇਖਕ ਨੇ ਪਾਤਰ ਉਸਾਰੀ ਕਰਕੇ ਬਲਵਿੰਦਰ ਦੀ ਜੋ ਮਨੋਸਥਿਤੀ ਹੈ ਉਸ ਨੂੰ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਭਾਵੇਂ ਬੜੀ ਖੁਦਗਰਜ਼ ਹੈ, ਉਸ ਨੂੰ ਪੈਸੇ ਦਾ ਗੁਮਾਨ ਹੈ, ਦੌਲਤ ਦਾ ਗੁਮਾਨ ਹੈ, ਉਸ ਦੇ ਵਿੱਚ ਹੈਂਕੜ ਹੈ, ਹੰਕਾਰ ਹੈ, ਪਰ ਉਸ ਦੇ ਮਨ ਦੇ ਵਿੱਚ ਬਾਪੂ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਦੂਜੇ ਪਾਸੇ ਬਾਪੂ ਵੀ ਜਿਹੜਾ ਹੈ ਬੜੇ ਜਿੱਦੀ ਸੁਭਾਅ ਦਾ ਹੈ, ਉਹ ਵੀ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡਣਾ ਨਹੀਂ ਚਾਹੁੰਦਾ, ਔਰ ਇਹਦੇ ਵਿੱਚ ਉਸ ਦਾ ਕੋਈ ਜੋ ਹੈ ਉਹ ਅਜਿਹਾ ਉਹ ਜਾਣਬੁੱਝ ਕੇ ਵੀ ਨਹੀਂ ਕਰ ਰਿਹਾ।
क्योंकि जो बजुर्ग है या मनुख कोई भी जिहड़ा है वो अपनियां जो बचपन दीयां आदतां ने वो बुढ़ापे ਦੇ ਵਿੱਚ ਸਗੋਂ ਹੋਰ ਜਾ ਕੇ ਵੱਧ ਜਾਂਦੀਆਂ ਨੇ, ਉਹਨਾਂ ਨੂੰ ਉਹ ਪੂਰੀ ਤਰ੍ਹਾਂ ਛੱਡ ਨਹੀਂ ਸਕਦਾ, ਉਹਨਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਨਹੀਂ ਸਕਦਾ। ਅਸਲ ਦੇ ਵਿੱਚ ਲੇਖਕ ਇਹ ਦਰਸਾਉਣਾ ਚਾਹੁੰਦਾ ਹੈ ਕਿ ਮਨੁੱਖ ਆਪਣੀਆਂ ਪਰੰਪਰਾਵਾਂ ਦੇ ਨਾਲੋਂ ਟੁੱਟ ਕੇ ਕਦੇ ਵੀ ਜਿਉ ਨਹੀਂ ਸਕਦਾ। ਜਿੱਥੋਂ ਤੱਕ ਇਸ ਕਹਾਣੀ ਦੇ ਵਾਰਤਾਲਾਪ ਦਾ ਸੰਬੰਧ ਹੈ, ਵਾਰਤਾਲਾਪ ਜੋ ਹੈ ਇਸ ਕਹਾਣੀ ਦੇ ਵਿੱਚ ਬੜੇ ਨਿਵੇਕਲੇ ਕਿਸਮ ਦਾ ਹੈ, ਕਿਉਂਕਿ ਵਾਰਤਾਲਾਪ ਕਹਾਣੀ ਦੀ ਲੜੀ ਨੂੰ ਅੱਗੇ ਤੋਰਨ ਦੇ ਵਿੱਚ ਸਹਾਈ ਵੀ ਹੁੰਦਾ ਹੈ। ਇਸ ਦੇ ਨਾਲ ਸਾਡੇ ਪਾਤਰਾਂ ਦੇ ਜੋ ਸੁਭਾਅ ਦਾ ਵੀ ਪਤਾ ਚੱਲਦਾ ਹੈ। ਕਹਾਣੀ ਵਿਚਲੇ ਪਾਤਰਾਂ ਦੇ ਜਿੰਨੇ ਵੀ ਵਾਰਤਾਲਾਪ ਹਨ ਉਹ ਬੜੇ ਛੋਟੇ ਛੋਟੇ ਰੋਚਕ ਹਨ, ਭਾਵਪੂਰਤ ਹਨ। ਖਾਸ ਕਰਕੇ ਜਦੋਂ ਬਲਵਿੰਦਰ ਬਖਤਾਵਰ ਸਿੰਘ ਨੂੰ ਕਹਿੰਦੀ ਹੈ, ਹੈਂਜੀ ਮੈਟਲ ਦੇ ਗੁਲਦਸਤੇ ਮੰਗਵਾ ਲਈਏ 1 ਡਜ਼ਨ, ਵੀਰ ਜੀ ਦੀ ਪ੍ਰਪੋਜ਼ਲ ਹੈ, ਰੇਟ ਤੈਅ ਕਰ ਆਏ ਨੇ। ਇੱਥੋਂ ਪਤਾ ਚੱਲਦਾ ਹੈ ਕਿ ਬਲਵਿੰਦਰ ਜਿਹੜੀ ਹੈ ਕਿੰਨੇ ਆਪ ਹੁਦਰੇਪਣ ਦੀ ਸ਼ਿਕਾਰ ਹੈ। ਉਸ ਦੀ ਬਖਤਾਵਰ ਸਿੰਘ ਭਾਵੋ ਆਪਣੇ ਆਪ ਨੂੰ ਘਰ ਦੇ ਵਿੱਚ ਹਾਵੀ ਸਮਝਦੀ ਹੈ। ਬਖਤਾਵਰ ਸਿੰਘ ਇੱਕ ਦੋਇਮ ਦਰਜੇ ਦਾ ਜੀ ਬਣ ਕੇ ਰਹਿ ਜਾਂਦਾ ਹੈ, ਕਿਉਂਕਿ ਜਦੋਂ ਗੁਲਦਸਤੇ ਵੀਰ ਜੀ ਨੇ ਪਸੰਦ ਕਰ ਰਹੇ ਹਨ, ਰੇਟ ਵੀ ਤੈਅ ਕਰ ਆਏ ਹਨ, ਅਤੇ ਫਿਰ ਬਖਤਾਵਰ ਸਿੰਘ ਦੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਉਹਦੇ ਉੱਤੇ ਸਹੀ ਪਾਉਣੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸੁਭਾਅ ਪੱਖੋਂ ਬਲਵਿੰਦਰ ਜਿਹੜੀ ਹੈ ਉਹ ਮਾੜੀ ਨਾ ਹੋਣ ਦੇ ਬਾਵਜੂਦ ਵੀ ਉਸ ਦੀਆਂ ਬਹੁਤ ਸਾਰੀਆਂ ਆਦਤਾਂ ਅਜਿਹੀਆਂ ਹਨ ਜਿਹੜੀਆਂ ਬਖਤਾਵਰ ਸਿੰਘ ਨੂੰ ਜਿਹੜੀਆਂ ਨੇ ਹਰਟ ਕਰ ਜਾਂਦੀਆਂ ਹਨ। ਇਸ ਕਹਾਣੀ ਦਾ ਵਾਤਾਵਰਨ ਜਿਹੜਾ ਹੈ ਉਹ ਬੇਹੱਦ ਉਸਾਰੂ ਹੈ, ਕੁਦਰਤੀ ਹੈ, ਯਥਾਰਥਕ ਹੈ, ਕਿਉਂਕਿ ਇਸ ਕਹਾਣੀ ਦੇ ਵਿੱਚ ਲੇਖਕ ਨੇ ਸਾਡੇ ਪੇਂਡੂ ਵਾਤਾਵਰਨ ਨੂੰ, ਸ਼ਹਿਰੀ ਵਾਤਾਵਰਨ ਨੂੰ ਅਤੇ ਨਾਲ ਦੀ ਨਾਲ ਪੇਂਡੂ ਅਤੇ ਸ਼ਹਿਰੀ ਲੋਕਾਂ ਦੇ ਜੋ ਮਾਨਸਿਕ ਵਾਤਾਵਰਨ ਹੈ ਉਸ ਨੂੰ ਵੀ ਪ੍ਰਗਟਾਉਣ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੈ। ਜਿੱਥੋਂ ਤੱਕ ਇਸ ਕਹਾਣੀ ਦੀ ਭਾਸ਼ਾ ਸ਼ੈਲੀ ਦਾ ਸੰਬੰਧ ਹੈ, ਭਾਸ਼ਾ ਸ਼ੈਲੀ ਭਾਵੇਂ ਠੇਠ ਪੰਜਾਬੀ ਹੈ, ਪਰ ਵਿੱਚ ਇਸ ਦੇ ਵਿੱਚ ਜੋ ਅੰਗਰੇਜ਼ੀ ਦੇ ਸ਼ਬਦ ਜਿਵੇਂ ਕਿ ਮੈਟਲ, ਡਜ਼ਨ ਆਪ ਮੁਹਾਰੇ ਆ ਗਏ ਹਨ, ਕਿਉਂਕਿ ਪੜ੍ਹੇ ਲਿਖੇ ਪਾਤਰ ਹਨ, ਸੋ ਉਹਨਾਂ ਦੀ ਜੋ ਸ਼ਬਦਾਵਲੀ ਜਿਹੜੀ ਹੈ ਇਸ ਲੈਵਲ ਦੀ ਹੋਣਾ ਕੁਦਰਤੀ ਗੱਲ ਹੈ। ਅਤੇ ਇਸ ਦੇ ਨਾਲ ਹੀ ਜੋ ਸ਼ੈਲੀ ਹੈ ਲੇਖਕ ਦਾ ਅੰਦਾਜ਼ ਜੋ ਹੈ ਉਹ ਬਿਆਨੀਆ ਹੈ, ਕਿਉਂਕਿ ਸਾਰੀ ਕਹਾਣੀ ਲੇਖਕ ਨੇ ਇੱਕ ਤਰ੍ਹਾਂ ਦੇ ਨਾਲ ਬਖਤਾਵਰ ਸਿੰਘ ਦੇ ਰੂਪ ਦੇ ਵਿੱਚ ਖੁਦ ਬਿਆਨ ਕੀਤੀ ਹੈ ਔਰ ਨਾਟਕੀ ਅੰਸ਼ਾਂ ਦੇ ਨਾਲ ਭਰਪੂਰ ਹੈ, ਰਸਦਾਇਕ ਹੈ, ਪਾਠਕ ਨੂੰ ਆਪਣੇ ਨਾਲ ਜੋੜਨ ਦੇ ਵਿੱਚ, ਆਪਣੇ ਨਾਲ ਬੰਨ੍ਹਣ ਦੇ ਵਿੱਚ ਕਾਮਯਾਬ ਰਹਿੰਦੀ ਹੈ, ਜਿਸ ਸਦਕਾ ਪਾਠਕ ਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਹਾਣੀ ਦੇ ਵਿੱਚ ਦਿਲਚਸਪੀ ਜਿਹੜੀ ਹੈ ਉਹ ਬੜੀ ਭਰਪੂਰਤਾ ਦੇ ਨਾਲ ਬਣੀ ਰਹਿੰਦੀ ਹੈ। ਜਿੱਥੋਂ ਤੱਕ ਇਸ ਕਹਾਣੀ ਦੇ ਸਿਰਲੇਖ ਦਾ ਸੰਬੰਧ ਹੈ, ਗੋਈ, ਕਿਉਂਕਿ ਗੋਈ ਬਣਾਉਣ ਦੀ ਫਰਮਾਇਸ਼ ਜੋ ਬਾਪੂ ਨੇ ਕੀਤੀ ਸੀ ਔਰ ਬਲਵਿੰਦਰ ਨੂੰ ਉਸ ਗੋਈ ਬਾਰੇ ਪਤਾ ਨਹੀਂ ਸੀ। ਇਸੇ ਘਟਨਾ ਤੋਂ ਹੀ ਇਹ ਕਹਾਣੀ ਵਿਕਾਸ ਗ੍ਰਹਿਣ ਕਰਦੀ ਹੈ, ਜਿਸ ਨੂੰ ਬਲਵਿੰਦਰ ਆਪਣੀਆਂ ਸਹੇਲੀਆਂ ਨੂੰ ਗੋਈ ਡਿਸ਼ ਕਹਿ ਕੇ ਵੀ ਯਾਦ ਕਰਵਾਉਂਦੀ ਹੈ, ਕਿਉਂਕਿ ਬਖਤਾਵਰ ਸਿੰਘ ਬੜੇ ਗੁੱਸੇ ਦੇ ਵਿੱਚ ਉਸ ਦਿਨ ਇੱਕ ਜੋ ਹੈ ਸੈੱਟ ਤੋੜ ਦਿੰਦਾ ਹੈ। ਉਸ ਨੂੰ ਜਦੋਂ ਬਲਵਿੰਦਰ ਕਹਿੰਦੀ ਹੈ ਕਿ ਸਾਨੂੰ ਕੀ ਪਤਾ ਤੁਹਾਡੇ ਜੱਟਾਂ ਬੂਟਾਂ ਦੇ ਇਹੋ ਜਿਹੇ ਘਟੀਆ ਖਾਣੇ ਹੁੰਦੇ ਹਨ, ਅਤੇ ਬਖਤਾਵਰ ਸਿੰਘ ਨੂੰ ਬੜਾ ਗੁੱਸਾ ਆਉਂਦਾ ਹੈ। ਉਹ ਸਾਹਮਣੇ ਜਿਹੜੀ ਵੀ ਚੀਜ਼ ਹੁੰਦੀ ਹੈ ਉਹਨੂੰ ਚੁੱਕ ਕੇ ਥੱਲੇ ਸੁੱਟ ਦਿੰਦਾ ਹੈ, ਜਿਸ ਸਦਕਾ ਉਹ ਟੁੱਟ ਜਾਂਦੀ ਹੈ। ਹਾਲਾਂਕਿ ਬਖਤਾਵਰ ਸਿੰਘ ਨੂੰ ਜੋ ਹੈ ਇਸ ਗੱਲ ਦਾ ਬਾਅਦ ਦੇ ਵਿੱਚ ਅਹਿਸਾਸ ਵੀ ਹੁੰਦਾ ਹੈ ਕਿ ਉਸਨੇ ਗਲਤ ਕੀਤਾ ਸੀ, ਕਿਉਂਕਿ ਬਲਵਿੰਦਰ ਦੇ ਮਨ ਦੇ ਵਿੱਚ ਕੋਈ ਨਫ਼ਰਤ ਵਾਲੇ ਭਾਵ ਨਹੀਂ ਸਨ, ਕਿਉਂਕਿ ਬਲਵਿੰਦਰ ਨੇ ਕਦੀ ਗੋਈ ਬਣਾਈ ਹੀ ਨਹੀਂ ਸੀ, ਉਹਨੂੰ ਪਤਾ ਹੀ ਨਹੀਂ ਸੀ ਗੋਈ ਕੀ ਚੀਜ਼ ਹੈ। ਗੋਈ ਅਸਲ ਦੇ ਵਿੱਚ ਇੱਕ ਕਿਸਮ ਦਾ ਪਤਲਾ ਜਿਹਾ ਕੜਾਹ ਹੈ, ਜਿਸ ਨੂੰ ਕੁਝ ਲੋਕ ਲੇਟੀ ਵੀ ਕਹਿ ਦਿੰਦੇ ਹਨ ਔਰ ਕੁਝ ਲੋਕ ਸੀਰਾ ਵੀ ਕਹਿ ਦਿੰਦੇ ਹਨ, ਜੋ ਬਿਮਾਰੀ ਦੀ ਹਾਲਤ ਦੇ ਵਿੱਚ ਆਮ ਤੌਰ 'ਤੇ ਬਜ਼ੁਰਗਾਂ ਦਾ ਮਨਪਸੰਦ ਖਾਣਾ ਹੁੰਦਾ ਹੈ ਔਰ ਇਸ ਦੇ ਆਲੇ ਦੁਆਲੇ ਹੀ ਇਹ ਸਾਰੀ ਕਹਾਣੀ ਘੁੰਮਦੀ ਹੈ। ਸਿੱਟੇ ਵਜੋਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਗੋਈ ਕਹਾਣੀ ਦੇ ਵਿੱਚ ਪ੍ਰੇਮ ਪ੍ਰਕਾਸ਼ ਨੇ ਆਧੁਨਿਕ ਜੀਵਨ ਸ਼ੈਲੀ ਨੂੰ ਪਰਣਾਏ ਮਨੁੱਖ ਦੇ ਜੀਵਨ ਦੇ ਵਿੱਚ ਜੋ ਵੰਨ ਸਵੰਨੇ ਤਣਾਅ ਹੁੰਦੇ ਹਨ, ਆਪ ਸਹੇੜੇ ਤਣਾਅ ਹੁੰਦੇ ਹਨ, ਜਿਨ੍ਹਾਂ ਨੂੰ ਕਲਾਤਮਕ ਪੱਧਰ 'ਤੇ ਪ੍ਰਗਟਾਉਣ ਦੇ ਵਿੱਚ ਲੇਖਕ ਪੂਰੀ ਤਰ੍ਹਾਂ ਸਫਲ ਰਿਹਾ ਹੈ ਔਰ ਜੋ ਤਸਵੀਰ ਇਸ ਕਹਾਣੀ ਦੇ ਵਿੱਚ ਪੇਸ਼ ਕੀਤੀ ਹੈ ਉਹ ਅਸਲ ਦੇ ਵਿੱਚ ਸਾਡੇ ਮੱਧ ਵਰਗੀ ਜੀਵਨ ਦੇ ਹਰ ਘਰ ਦੀ ਸਥਿਤੀ ਹੈ। ਇਸੇ ਤਰ੍ਹਾਂ ਹਰ ਘਰ ਦੇ ਵਿੱਚ ਬਜ਼ੁਰਗ ਵੀ ਹੁੰਦੇ ਹਨ। ਨਵੇਂ ਪੜ੍ਹੇ ਲਿਖੇ ਪੋਜ ਦੇ ਆਗਮਨ ਦੇ ਨਾਲ ਕਿਵੇਂ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਵਿਚਾਰਧਾਰਕ ਟਕਰਾਵ ਹੁੰਦੇ ਹਨ, ਕਿਵੇਂ ਘਰ ਦੇ ਵਿੱਚ ਨਿੱਕੇ ਨਿੱਕੇ ਕਲੇਸ਼ ਹੁੰਦੇ ਹਨ, ਕਿਸ ਤਰ੍ਹਾਂ ਸਫਾਈ ਪਸੰਦ
ਪਸੰਦ ਕਰਨ ਵਾਲੀਆਂ ਔਰਤਾਂ ਜਿਹੜੀਆਂ ਨੇ ਉਹ ਜੋ ਘਰ ਦੇ ਬਜ਼ੁਰਗ ਹਨ ਉਹਨਾਂ ਦੀਆਂ ਆਦਤਾਂ ਨੂੰ ਪਸੰਦ ਨਹੀਂ ਕਰਦੀਆਂ, ਅਤੇ ਕਿਸ ਤਰ੍ਹਾਂ ਬਜ਼ੁਰਗ ਵੀ ਜਿਹੜੇ ਨੇ ਉਹ ਨਵੇਂ ਸੁਭਾਅ ਦੇ ਵਿੱਚ ਆਪਣੇ ਆਪ ਨੂੰ ਢਾਲਣ ਤੋਂ ਅਸਮਰਥ ਹੁੰਦੇ ਹਨ। ਇਸੇ ਤਰ੍ਹਾਂ ਇਸ ਕਹਾਣੀ ਦੇ ਵਿੱਚ ਸਾਡੇ ਪੇਂਡੂ ਅਤੇ ਸ਼ਹਿਰੀ ਵਾਤਾਵਰਨ ਜਾਂ ਸ਼ਹਿਰੀ ਪਰਿਵਾਰਾਂ ਦੇ ਸੁਮੇਲ ਦੇ ਨਾਲ, ਭਾਵ ਪੇਂਡੂ ਅਤੇ ਸ਼ਹਿਰੀ ਸੱਭਿਆਚਾਰਾਂ ਦੇ ਟਕਰਾਓ ਦੇ ਨਾਲ ਮਨੁੱਖ ਜਿਸ ਤਰ੍ਹਾਂ ਦੀ ਮਾਨਸਿਕ ਸਥਿਤੀ ਨੂੰ ਭੋਗਦਾ ਹੈ, ਉਸ ਸਥਿਤੀ ਨੂੰ ਪ੍ਰਗਟਾਉਣ ਦੇ ਵਿੱਚ ਲੇਖਕ ਪੂਰੀ ਤਰ੍ਹਾਂ ਸਫਲ ਰਿਹਾ ਹੈ। ਉਮੀਦ ਹੈ ਅੱਜ ਦਾ ਇਹ ਲੈਕਚਰ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਇਆ ਹੋਵੇਗਾ। ਇਹ ਲੈਕਚਰ ਕਿਹੋ ਜਿਹਾ ਲੱਗਿਆ, ਇਸ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਲਿਖ ਕੇ ਵੀ ਦੱਸ ਸਕਦੇ ਹੋ। ਮਿਲਾਂਗੇ ਅਗਲੇ ਲੈਕਚਰ ਨੂੰ ਲੈ ਕੇ, ਤਦ ਤੱਕ ਲਈ ਇਜਾਜ਼ਤ। ਧੰਨਵਾਦ।